बहुत ही प्यारे बच्चों, मेरा नाम है सुखविंदर कौर, पंजाबी मिस्ट्रेस ਅਤੇ पंजाबी रिसोर्स परसन। बच्चों, ਅੱਜ ਆਪਾਂ ਤੁਹਾਡੇ ਲਈ ਪਰੀ ਕਥਾਵਾਂ ਲੈ ਕੇ ਆਏ ਹਾਂ। ਤੇ ਜਦੋਂ ਛੋਟੇ ਹੁੰਦੇ ਸਾਂ ਆਪਣੇ ਦਾਦੀ ਜੀ ਤੋਂ, ਨਾਨੀ ਜੀ ਤੋਂ ਜਾਂ ਹੋਰ ਵੱਡਿਆਂ ਤੋਂ ਇਹ ਕਥਾਵਾਂ ਸੁਣਦੇ ਸਾਂ। ਸੋ ਬੱਚਿਓ, ਪਰੀ ਕਥਾਵਾਂ ਹੁੰਦੀਆਂ ਕੀ ਨੇ? ਤੁਹਾਡੇ ਲਈ ਇਹ ਬਿਲਕੁਲ ਨਵਾਂ ਵਿਸ਼ਾ ਹੈ, ਕਿਉਂਕਿ ਬਹੁਤ ਹੀ ਘੱਟ ਬੱਚੇ ਨੇ ਜਿਨ੍ਹਾਂ ਨੇ ਕਥਾਵਾਂ ਬਾਤਾਂ ਸੁਣੀਆਂ ਨੇ। ਤੇ ਚਲੋ ਫਿਰ ਆਪਾਂ ਦੱਸਦੇ ਹਾਂ ਵੀ ਪਰੀ ਕਥਾਵਾਂ ਹੁੰਦੀਆਂ ਕੀ ਨੇ। ਲੋਕ ਕਥਾਵਾਂ ਦਾ ਇੱਕ ਮਹੱਤਵਪੂਰਨ ਅੰਗ ਪਰੀ ਕਥਾਵਾਂ ਹਨ। ਇਹਨਾਂ ਦੇ ਅੱਗੇ ਲੋਕ ਸ਼ਬਦ ਲੱਗ ਜਾਂਦਾ, ਮਤਲਬ ਜਿਹੜੀਆਂ ਸ਼ੁਰੂ ਤੋਂ ਮੁੱਢ ਕਦੀਮੋਂ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਦਰਜ ਹਨ ਤੇ ਲਗਾਤਾਰ ਮੌਖਿਕ ਰੂਪ ਦੇ ਵਿੱਚ ਇਹ ਚੱਲਦੀਆਂ ਆਉਂਦੀਆਂ ਨੇ ਤੇ ਹੌਲੀ ਹੌਲੀ ਇਹਨਾਂ ਨੂੰ ਸਾਂਭਣ ਵਾਸਤੇ ਲਿਖਤੀ ਰੂਪ ਵੀ ਇਹਨਾਂ ਦੇ ਤਿਆਰ ਕਰ ਲਏ ਹਨ। ਇਹ ਕਹਾਣੀਆਂ ਪਰੀਆਂ, ਸ਼ਹਿਜ਼ਾਦਿਆਂ ਆਦਿ ਬਾਰੇ ਹੁੰਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਇੱਕ ਕਲਪਨਾ ਜਗਤ ਉਸਾਰਿਆ ਹੁੰਦਾ ਹੈ ਜੋ ਗੱਲ ਸਾਡੇ ਜੀਵਨ ਵਿੱਚ ਅਸੰਭਵ ਜਾਪਦੀ ਹੈ। ਪਰੀ ਕਹਾਣੀਆਂ ਵਿੱਚ ਉਹ ਅਸੰਭਵ ਗੱਲ ਵੀ ਸੰਭਵ ਹੋ ਜਾਂਦੀ ਹੈ। ਉਦਾਹਰਨ ਵਜੋਂ ਇੱਕ ਪਰੀ ਅਤੇ ਸ਼ਹਿਜ਼ਾਦਾ ਇੱਕ ਹੰਸ ਉੱਤੇ ਬੈਠ ਕੇ ਪਹਾੜਾਂ, ਦਰਿਆਵਾਂ ਤੇ ਸਮੁੰਦਰਾਂ ਨੂੰ ਪਾਰ ਕਰ ਲੈਂਦੇ ਹਨ। ਐਸੇ ਤਰ੍ਹਾਂ ਕੋਈ ਪਰੀ ਰੂਪ ਵਟਾ ਕੇ ਰੁੱਖ ਜਾਂ ਫੁੱਲ ਬਣ ਜਾਂਦੀ ਹੈ। ਕਿਸੇ ਕਹਾਣੀ ਵਿੱਚ ਕਿਸੇ ਮਨਾਹੀ ਦੀ ਉਲੰਘਣਾ ਕਰਨ ਤੇ ਬੰਦੇ ਸੈਲ ਪੱਥਰ ਹੋ ਜਾਂਦੇ ਹਨ। ਸੋਨੇ ਦੀ ਚਿੜੀ ਬੋਲਣ ਲੱਗਦੀ ਹੈ। ਤੋਤੇ ਮਿੱਤਰਾਂ ਸਹੇਲੀਆਂ ਵਾਂਗ ਭੇਤ ਸਾਂਝੇ ਕਰਦੇ ਹਨ। ਇਸ ਤਰ੍ਹਾਂ ਇੱਕ ਅਨੂਠੀ ਤੇ ਅਲੌਕਿਕ ਦੁਨੀਆ ਦਾ ਰੰਗ ਇਹਨਾਂ ਕਹਾਣੀਆਂ ਵਿੱਚ ਬੱਝ ਜਾਂਦਾ ਹੈ। ਪਰੀ ਕਹਾਣੀਆਂ ਵਿੱਚ ਪਾਤਰ ਕਿਸੇ ਤਲਾਸ਼ ਵਿੱਚ ਤੁਰਦੇ ਹਨ, ਮੁਸ਼ਕਲਾਂ ਝੱਲਦੇ ਹਨ। ਫਿਰ ਅਜਿਹੇ ਸੰਜੋਗ ਅਤੇ ਮੌਕਾ ਮੇਲ ਹੁੰਦੇ ਹਨ ਕਿ ਆਸ਼ੇ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰੀ ਕਹਾਣੀਆਂ ਦਾ ਅੰਤ ਸੁਖਾਵਾਂ ਹੁੰਦਾ ਹੈ। ਪਰੀ ਕਹਾਣੀਆਂ ਲਗਭਗ ਹਰ ਭਾਸ਼ਾ ਵਿੱਚ ਮਿਲ ਜਾਂਦੀਆਂ ਹਨ। ਐਵੇਂ ਹੀ ਪੰਜਾਬ ਦੀਆਂ ਪਰੀ ਕਹਾਣੀਆਂ ਜਾਂ ਪੰਜਾਬੀ ਦੀਆਂ ਪਰੀ ਕਹਾਣੀਆਂ ਹਨ ਜੋ ਆਮ ਪਰੀ ਕਹਾਣੀਆਂ ਵਰਗੀਆਂ ਹੋ ਕੇ ਇਹਨਾਂ ਕਹਾਣੀਆਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਨੁਭਵ ਕੀਤੀ ਜਾ ਸਕਦੀ ਹੈ। ਪੰਜਾਬੀ ਦੀਆਂ ਪਰੀ ਕਹਾਣੀਆਂ ਦੇ ਖਜ਼ਾਨੇ ਵਿੱਚੋਂ ਇੱਥੇ ਅਸੀਂ ਪਰੀ ਕਹਾਣੀਆਂ ਵੰਨਗੀ ਵਜੋਂ ਦਿੱਤੀਆਂ ਹਨ ਦੋ ਕਹਾਣੀਆਂ। ਕਿਹੜੀ? ਨੀਲਕਮਲ ਅਤੇ ਸਬਜ਼ ਪਰੀ। ਸੋ ਬੱਚਿਓ, ਪਰੀ ਕਹਾਣੀਆਂ ਦੇ ਵਿੱਚ ਆਪਾਂ ਪੜਾਂਗੇ ਸਬਜ਼ ਪਰੀ। ਇੱਕ ਰਾਜੇ ਦੇ 3 ਪੁੱਤਰ ਸਨ। 2 ਪੁੱਤਰ ਵਿਆਹੇ ਹੋਏ ਸਨ, ਪਰ ਤੀਜਾ ਪੁੱਤਰ ਕੁਆਰਾ ਸੀ ਜਿਸ ਦਾ ਨਾਂ ਮੀਰਜ਼ਾਦਾ ਸੀ। ਮੀਰਜ਼ਾਦੇ ਦੀ ਇੱਕ ਭਰਜਾਈ ਚਾਹੁੰਦੀ ਸੀ ਕਿ ਮੀਰਜ਼ਾਦਾ ਉਸ ਦੀ ਭੈਣ ਨਾਲ ਵਿਆਹ ਕਰ ਲਵੇ, ਪਰ ਉਹ ਮੰਨਦਾ ਹੀ ਨਹੀਂ ਸੀ। ਇੱਕ ਦਿਨ ਭਰਜਾਈ ਨੇ ਮਿਹਣਾ ਮਾਰਦਿਆਂ ਕਿਹਾ, ਜਾ ਵੇਖਾਂਗੇ ਜਦੋਂ ਤੂੰ ਕੋਈ ਸਬਜ਼ ਪਰੀ ਵਿਆਹ ਕੇ ਲਿਆਵੇਂਗਾ। ਇਸ ਤੇ ਮੀਰਜ਼ਾਦਾ ਵੀ ਔਖਾ ਹੋ ਕੇ ਕਹਿਣ ਲੱਗਾ, ਮੈਂ ਹੁਣ ਸਬਜ਼ ਪਰੀ ਨਾਲ ਹੀ ਵਿਆਹ ਕਰਵਾਵਾਂਗਾ। ਉਸੇ ਵੇਲੇ ਮੀਰਜ਼ਾਦਾ ਘੋੜੇ ਉੱਤੇ ਬੈਠ ਕੇ ਸਬਜ਼ ਪਰੀ ਲੱਭਣ ਚੱਲ ਪਿਆ। ਚੱਲਦਿਆਂ ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ। ਉੱਥੇ ਉਹ ਇੱਕ ਰੁੱਖ ਹੇਠਾਂ ਆਰਾਮ ਕਰਨ ਲੱਗਾ। ਅਚਾਨਕ ਉਸ ਨੂੰ ਇੱਕ ਵੱਡੇ ਸੱਪ ਦੇ ਫੁੰਕਾਰੇ ਦੀ ਆਵਾਜ਼ ਆਈ। ਉਹ ਸੱਪ ਮੀਰਜ਼ਾਦੇ ਨੂੰ ਅਜੇ ਡੰਗਣ ਹੀ ਲੱਗਾ ਸੀ ਕਿ ਮੀਰਜ਼ਾਦੇ ਨੇ ਆਪਣੀ ਤਲਵਾਰ ਨਾਲ ਉਸਦੇ ਟੁਕੜੇ ਕਰ ਦਿੱਤੇ। ਉਹ ਰੁੱਖ ਉੱਤੇ ਇੱਕ ਹੰਸ ਤੇ ਹੰਸਣੀ ਰਹਿੰਦੇ ਸਨ। ਉਹ ਸੱਪ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਸੀ। ਜਦੋਂ ਹੰਸ ਤੇ ਹੰਸਣੀ ਨੇ ਮੀਰਜ਼ਾਦੇ ਹੱਥੋਂ ਸੱਪ ਨੂੰ ਮਰਦਿਆਂ ਵੇਖਿਆ ਤਾਂ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਉਹਨਾਂ ਮੀਰਜ਼ਾਦੇ ਨੂੰ ਕਿਹਾ, ਹੇ ਭਲੇ ਪੁਰਸ਼, ਤੂੰ ਸਾਡੇ ਉੱਤੇ ਬੜਾ ਉਪਕਾਰ ਕੀਤਾ ਹੈ। ਸਾਨੂੰ ਦੱਸ, ਅਸੀਂ ਤੇਰੀ ਕੀ ਮਦਦ ਕਰੀਏ। ਮੀਰਜ਼ਾਦੇ ਨੇ ਸਬਜ਼ ਪਰੀ ਨਾਲ ਵਿਆਹ ਕਰਵਾਉਣ ਵਾਲੀ ਗੱਲ ਹੰਸ ਜੋੜੇ ਨੂੰ ਦੱਸੀ। ਹੰਸ ਅਤੇ ਹੰਸਣੀ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ। ਉਹ ਕਈ ਵਾਰ ਉੜਦਿਆਂ ਉੱਧਰ ਗਏ ਸਨ। ਹੰਸ ਨੇ ਕਿਹਾ, ਮੈਂ ਤੈਨੂੰ
ਆਪਣੇ ਖੰਭਾਂ ਉੱਤੇ ਬਿਠਾ ਕੇ ਸਬਜ਼ ਪਰੀ ਦੇ ਦੇਸ ਲੈ ਜਾਵਾਂਗਾ। ਅਗਲੇ ਦਿਨ ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ ਤੇ ਬਿਠਾ ਕੇ ਉੱਡ ਪਿਆ। ਪੰਧ ਬੜਾ ਲੰਮਾ ਸੀ। ਰਾਹ ਵਿੱਚ ਅਨੇਕਾਂ ਸਮੁੰਦਰ ਤੇ ਪਹਾੜ ਆਏ। ਉਹ ਕਈ ਦਿਨ ਉੱਡਦਾ ਰਿਹਾ। ਅਖੀਰ ਉਹ ਸਬਜ਼ ਪਰੀ ਦੇ ਦੇਸ ਪੁੱਜ ਗਿਆ। ਹੰਸ ਨੇ ਮੀਰਜ਼ਾਦੇ ਨੂੰ ਇੱਕ ਰੁੱਖ ਹੇਠਾਂ ਆਰਾਮ ਕਰਨ ਲਈ ਉਤਾਰ ਦਿੱਤਾ। ਆਪ ਉਹ ਉੱਡ ਕੇ ਆਸੇ-ਪਾਸੇ ਵੇਖਣ ਲੱਗਾ। ਉਸਨੇ ਵੇਖਿਆ ਇੱਕ ਨਦੀ ਵਿੱਚ ਪਰੀਆਂ ਨਹਾ ਰਹੀਆਂ ਹਨ ਤੇ ਉਹਨਾਂ ਦੇ ਖੰਭ ਕਿਨਾਰੇ ਤੇ ਪਏ ਹਨ। ਹੰਸ ਉੱਡ ਕੇ ਇੱਕਦਮ ਮੀਰਜ਼ਾਦੇ ਕੋਲ ਪੁੱਜਾ। ਉਸਨੇ ਮੀਰਜ਼ਾਦੇ ਨੂੰ ਕਿਹਾ, ਸਬਜ਼ ਪਰੀ ਦੇ ਮਹਿਲ ਤੱਕ ਇਹ ਪਰੀਆਂ ਹੀ ਪਹੁੰਚਾ ਸਕਦੀਆਂ ਹਨ, ਪਰ ਉਹ ਐਵੇਂ ਨਹੀਂ ਮੰਨਣਗੀਆਂ। ਤੂੰ ਦਰਿਆ ਦੇ ਕੰਢੇ ਤੋਂ ਉਹਨਾਂ ਦੇ ਖੰਭ ਚੁੱਕ ਲਵੀਂ। ਫਿਰ ਉਹਨਾਂ ਨੂੰ ਆਪਾਂ ਇਸ ਸ਼ਰਤ ਤੇ ਖੰਭ ਵਾਪਸ ਕਰ ਦਿਆਂਗੇ ਕਿ ਉਹ ਸਬਜ਼ ਪਰੀ ਨੂੰ ਤੇਰੇ ਨਾਲ ਵਿਆਹ ਕਰਾਉਣ ਲਈ ਮਨਾਉਣਗੀਆਂ। ਮੀਰਜ਼ਾਦੇ ਨੇ ਦਰਿਆ ਦੇ ਕੰਢੇ ਤੋਂ ਪਰੀਆਂ ਦੇ ਖੰਭ ਚੁੱਕ ਲਏ। ਜਦੋਂ ਪਰੀਆਂ ਨਹਾ ਕੇ ਬਾਹਰ ਆਈਆਂ ਤਾਂ ਆਪਣੇ ਖੰਭਾਂ ਉੱਥੇ ਨਾ ਵੇਖ ਕੇ ਬਹੁਤ ਪਰੇਸ਼ਾਨ ਹੋਈਆਂ। ਮੀਰਜ਼ਾਦੇ ਨੇ ਜੰਗਲ ਚੋਂ ਬਾਹਰ ਆ ਕੇ ਕਿਹਾ ਕਿ ਉਹਨਾਂ ਦੇ ਖੰਭ ਉਸ ਕੋਲ ਹਨ। ਜਦੋਂ ਪਰੀਆਂ ਨਹਾ ਕੇ ਬਾਹਰ ਆਈਆਂ ਤਾਂ ਆਪਣੇ ਖੰਭ ਉੱਥੇ ਨਾ ਵੇਖ ਕੇ ਬਹੁਤ ਪਰੇਸ਼ਾਨ ਹੋਈਆਂ। ਮੀਰਜ਼ਾਦੇ ਨੇ ਜੰਗਲ ਵਿੱਚੋਂ ਬਾਹਰ ਆ ਕੇ ਕਿਹਾ ਕਿ ਉਹਨਾਂ ਦੇ ਖੰਭ ਉਸ ਕੋਲ ਹਨ। ਉਹ ਖੰਭ ਵਾਪਸ ਤਾਂ ਕਰੇਗਾ ਜੇ ਸਬਜ਼ ਪਰੀ ਉਸ ਨਾਲ ਵਿਆਹ ਕਰਵਾਏਗੀ। ਮੀਰਜ਼ਾਦੇ ਨੇ ਇੱਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਉੱਡ ਕੇ ਸਬਜ਼ ਪਰੀ ਕੋਲ ਗਈ। ਉਸਨੇ ਸਬਜ਼ ਪਰੀ ਨੂੰ ਜਾ ਕੇ ਸਾਰੀ ਗੱਲ ਦੱਸੀ। ਸਬਜ਼ ਪਰੀ ਬੜੀ ਹੈਰਾਨ ਹੋਈ ਕਿ ਇਤਨੀ ਦੂਰ ਤੱਕ ਕੋਈ ਲੜਕਾ ਕਿਵੇਂ ਆ ਗਿਆ। ਉਹ ਉਸੇ ਵੇਲੇ ਉਸ ਥਾਂ ਪਹੁੰਚੀ ਜਿੱਥੇ ਮੀਰਜ਼ਾਦਾ ਸੀ। ਉਸਨੇ ਜਦੋਂ ਸੋਹਣੇ ਤੇ ਸੁਨੱਖੇ ਮੀਰਜ਼ਾਦੇ ਨੂੰ ਵੇਖਿਆ ਤਾਂ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ। ਮੀਰਜ਼ਾਦੇ ਨੇ ਪਰੀਆਂ ਦੇ ਖੰਭ ਵਾਪਸ ਕਰ ਦਿੱਤੇ। ਸਬਜ਼ ਪਰੀ ਨੇ ਮੀਰਜ਼ਾਦੇ ਨਾਲ ਵਿਆਹ ਕਰਾਉਣ ਲਈ ਪਰੀਆਂ ਵਾਲੇ ਕੱਪੜੇ ਅਤੇ ਖੰਭ ਉਤਾਰ ਦਿੱਤੇ ਅਤੇ ਇਨਸਾਨਾਂ ਵਾਲੇ ਕੱਪੜੇ ਪਹਿਨ ਲਏ। ਹੁਣ ਉਸ ਵਿੱਚ ਪਹਿਲਾਂ ਵਾਲੀ ਉੱਡਣ ਦੀ ਸ਼ਕਤੀ ਨਹੀਂ ਸੀ ਰਹੀ। ਹੰਸ ਉਹਨਾਂ ਦੋਹਾਂ ਨੂੰ ਬਿਠਾ ਕੇ ਉੱਡ ਨਹੀਂ ਸੀ ਸਕਦਾ। ਉਹ ਦੋਵੇਂ ਬੇੜੀ ਵਿੱਚ ਬੈਠ ਕੇ ਸਮੁੰਦਰ ਰਸਤੇ ਮੀਰਜ਼ਾਦੇ ਦੇ ਦੇਸ ਵੱਲ ਚੱਲ ਪਏ। ਹੰਸ ਵੀ ਉਹਨਾਂ ਦੇ ਨਾਲ ਹੀ ਸੀ। ਚਲਦਿਆਂ ਚਲਦਿਆਂ ਕੁਝ ਦਿਨ ਬੀਤ ਗਏ। ਇੱਕ ਦਿਨ ਬੜਾ ਭਿਆਨਕ ਤੂਫਾਨ ਆਇਆ। ਇਸ ਵਿੱਚ ਉਹਨਾਂ ਦੀ ਬੇੜੀ ਡੁੱਬ ਗਈ ਅਤੇ ਉਹ ਤਿੰਨੇ ਰੁੜਦੇ ਹੋਏ ਦੂਰ ਚਲੇ ਗਏ ਤੇ ਇੱਕ ਦੂਜੇ ਤੋਂ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਜਾ ਪਹੁੰਚੀ ਅਤੇ ਮੀਰਜ਼ਾਦਾ ਕਿਸੇ ਦੂਜੇ ਸ਼ਹਿਰ। ਹੰਸ ਉਸ ਸਮੁੰਦਰ ਦੇ ਦੂਜੇ ਕੰਢੇ ਪਹੁੰਚ ਗਿਆ। ਤਿੰਨੇ ਇੱਕ ਦੂਜੇ ਤੋਂ ਵਿਛੜ ਕੇ ਬੜੇ ਉਦਾਸ ਹੋ ਗਏ। ਹੰਸ ਨੇ ਉਹਨਾਂ ਦੋਹਾਂ ਨੂੰ ਲੱਭਣ ਦਾ ਨਿਸ਼ਚਾ ਕੀਤਾ। ਉਧਰ ਜਦੋਂ ਲੋਕਾਂ ਨੇ ਸਬਜ਼ ਪਰੀ ਨੂੰ ਵੇਖਿਆ ਤਾਂ ਉੱਥੋਂ ਦੇ ਰਾਜੇ ਨੂੰ ਉਸ ਦੀ ਸੁੰਦਰਤਾ ਬਾਰੇ ਜਾ ਦੱਸਿਆ। ਰਾਜੇ ਨੇ ਜਦੋਂ ਸਬਜ਼ ਪਰੀ ਨੂੰ ਵੇਖਿਆ ਤਾਂ ਉਹ ਉਸ 'ਤੇ ਮੋਹਿਤ ਹੋ ਗਿਆ ਅਤੇ ਉਸ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ। ਉਸਨੇ ਸਬਜ਼ ਪਰੀ ਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਿਹਾ। ਸਬਜ਼ ਪਰੀ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਵਿਆਹੀ ਹੋਈ ਹੈ। ਰਾਜੇ ਨੇ ਕਿਹਾ ਕਿ ਉਸ ਦਾ ਪਤੀ ਤਾਂ ਮਰ ਚੁੱਕਾ ਹੈ। ਸਬਜ਼ ਪਰੀ ਨੇ ਕਿਹਾ ਕਿ ਉਸ ਦਾ ਮਨ ਇਸ ਗੱਲ ਨੂੰ ਨਹੀਂ ਮੰਨਦਾ। ਫਿਰ ਵੀ ਉਸਨੇ ਵਿਆਹ ਬਾਰੇ ਹਾਂ ਕਰਨ ਲਈ ਰਾਜੇ ਕੋਲੋਂ 1 ਸਾਲ ਦੀ ਮੌਲਤ ਮੰਗ ਲਈ। ਤਦ ਰਾਜੇ ਨੇ ਸਬਜ਼ ਪਰੀ ਨੂੰ ਇੱਕ ਵੱਖਰੇ ਮਹਿਲ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਅਤੇ ਨੌਕਰਾਂ ਚਾਕਰਾਂ ਨੂੰ ਕਹਿ ਦਿੱਤਾ ਕਿ ਉਹ ਸਬਜ਼ ਪਰੀ ਦਾ ਹਰ ਹੁਕਮ ਮੰਨਣ। ਸਬਜ਼ ਪਰੀ ਨੇ ਸੋਚ ਕੇ ਆਪਣੇ ਪਤੀ ਅਤੇ ਹੰਸ ਨੂੰ ਲੱਭਣ ਲਈ
ਇੱਕ ਤਰਕੀਬ ਸੋਚੀ। ਉਸਨੇ ਆਪਣੇ ਮਹਿਲ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ-ਭਾਂਤ ਦੇ ਚੋਗੇ ਖਿਲਾਰ ਦਿੱਤੇ ਅਤੇ ਨਾਲ ਹੀ ਸੁੱਚੇ ਮੋਤੀਆਂ ਦੀ ਢੇਰੀ ਲਾ ਦਿੱਤੀ। ਅਜਿਹਾ ਕਰਕੇ ਉਹ ਪਹਿਲਾਂ ਹੰਸ ਨੂੰ ਲੱਭਣਾ ਚਾਹੁੰਦੀ ਸੀ। ਉਸਨੂੰ ਪਤਾ ਸੀ ਕਿ ਉਹ ਹੰਸ ਸੁੱਚੇ ਮੋਤੀ ਖਾ ਕੇ ਭੁੱਖ ਮਿਟਾਉਂਦਾ ਸੀ। ਇਸ ਲਈ ਇੱਕ ਨਾ ਇੱਕ ਦਿਨ ਉਹ ਉੱਥੇ ਚੋਗਾ ਚੁਗਣ ਜ਼ਰੂਰ ਆਵੇਗਾ। ਹਰ ਰੋਜ਼ ਭਾਂਤ-ਭਾਂਤ ਦੇ ਪੰਛੀ ਆਉਂਦੇ ਅਤੇ ਚੋਗਾ ਚੁੱਕ ਕੇ ਚਲੇ ਜਾਂਦੇ। ਪੰਛੀਆਂ ਨੇ ਚੋਗੇ ਦੀ ਖਬਰ ਦੂਰ ਦੂਰ ਤੱਕ ਫੈਲਾ ਦਿੱਤੀ। ਇਸ ਤਰ੍ਹਾਂ ਚੋਗੇ ਲਈ ਦੂਰ ਦੂਰ ਤੋਂ ਪੰਛੀ ਵੀ ਆਉਣ ਲੱਗੇ। ਇੱਕ ਦਿਨ ਹੰਸ ਭੁੱਖਾ ਭਾਣਾ ਸੁੱਚੇ ਮੋਤੀਆਂ ਦੀ ਤਲਾਸ਼ ਕਰ ਰਿਹਾ ਸੀ ਕਿ ਉਧਰੋਂ ਪੰਛੀਆਂ ਦੀ ਇੱਕ ਡਾਰ ਲੰਘੀ। ਪੰਛੀਆਂ ਨੇ ਹੰਸ ਨੂੰ ਦੱਸਿਆ ਕਿ ਇੱਕ ਥਾਂ ਤੇ ਬਹੁਤ ਸੁੱਚੇ ਮੋਤੀ ਪਏ ਸਨ। ਪੰਛੀਆਂ ਨੇ ਉਸ ਨੂੰ ਦੱਸਿਆ ਕਿ ਇੱਕ ਥਾਂ ਤੇ ਬਹੁਤ ਸਾਰੇ ਸੁੱਚੇ ਮੋਤੀ ਪਏ ਹਨ। ਤਦ ਹੰਸ ਉਹਨਾਂ ਨਾਲ ਉੱਡ ਕੇ ਸਬਜ਼ ਪਰੀ ਦੇ ਮਹਿਲ ਆ ਗਿਆ। ਉਸਨੇ ਬੜੇ ਚਾਅ ਨਾਲ ਸੁੱਚੇ ਮੋਤੀ ਚੁਗੇ। ਅਚਾਨਕ ਸਬਜ਼ ਪਰੀ ਦੀ ਨਜ਼ਰ ਹੰਸ ਤੇ ਪਈ। ਹੰਸ ਅਤੇ ਸਬਜ਼ ਪਰੀ ਨੇ ਇੱਕ ਦੂਜੇ ਨੂੰ ਪਛਾਣ ਲਿਆ। ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੋਏ। ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ। ਹੰਸ ਹਰ ਰੋਜ਼ ਸਵੇਰੇ ਮੀਰਜ਼ਾਦੇ ਨੂੰ ਲੱਭਣ ਲਈ ਉੱਡਦਾ ਅਤੇ ਦੂਰ ਦੂਰ ਤੱਕ ਜਾਂਦਾ, ਪਰ ਉਸ ਨੂੰ ਨਿਰਾਸ਼ ਹੀ ਪਰਤਣਾ ਪੈਂਦਾ। ਉਧਰ ਮੀਰਜ਼ਾਦਾ ਇੱਕ ਭਠਿਆਰਨ ਦੇ ਘਰ ਜਾ ਪੁੱਜਾ। ਉਸਦੇ ਕੱਪੜੇ ਫਟ ਗਏ ਸਨ। ਉਸ ਕੋਲ ਖਾਣ ਨੂੰ ਕੁਝ ਨਹੀਂ ਸੀ। ਉਸਨੇ ਭਠਿਆਰਨ ਨੂੰ ਕਿਹਾ, ਮਾਈ ਤੂੰ ਮੈਨੂੰ ਕੁਝ ਖਾਣ ਨੂੰ ਦੇ ਦਿਆ ਕਰ, ਮੈਂ ਤੈਨੂੰ ਜੰਗਲ ਵਿੱਚੋਂ ਬਾਲਣ ਲਈ ਲੱਕੜਾਂ ਲਿਆ ਦਿਆ ਕਰਾਂਗਾ। ਭਠਿਆਰਨ ਨੂੰ ਉਸ ਤੇ ਬੜਾ ਤਰਸ ਆਇਆ। ਉਸਨੇ ਮੀਰਜ਼ਾਦੇ ਨੂੰ ਖਾਣ ਲਈ ਰੋਟੀ ਦਿੱਤੀ। ਮੀਰਜ਼ਾਦਾ ਸਬਜ਼ ਪਰੀ ਤੋਂ ਬਿਨਾਂ ਆਪਣੇ ਦੇਸ਼ ਨਹੀਂ ਸੀ ਜਾਣਾ ਚਾਹੁੰਦਾ, ਇਸ ਲਈ ਉਹ ਉੱਥੇ ਹੀ ਰਹਿ ਗਿਆ। ਇੱਕ ਦਿਨ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ। ਉਧਰੋਂ ਹੰਸ ਵੀ ਮੀਰਜ਼ਾਦੇ ਦੀ ਭਾਲ ਲਈ ਜੰਗਲ ਪਿੰਡ ਫਿਰ ਰਿਹਾ ਸੀ। ਉਸਨੇ ਮੀਰਜ਼ਾਦੇ ਨੂੰ ਵੇਖਿਆ। ਭਾਵੇਂ ਮੀਰਜ਼ਾਦਾ ਬਹੁਤ ਲਿੱਸਾ ਹੋ ਗਿਆ ਸੀ, ਪਰ ਹੰਸ ਨੇ ਉਸ ਨੂੰ ਪਛਾਣ ਲਿਆ। ਮੀਰਜ਼ਾਦੇ ਨੇ ਵੀ ਹੰਸ ਨੂੰ ਪਛਾਣ ਲਿਆ। ਹੰਸ ਨੇ ਮੀਰਜ਼ਾਦੇ ਨੂੰ ਸਬਜ਼ ਪਰੀ ਦੀ ਵਿਥਿਆ ਸੁਣਾਈ। ਮੀਰਜ਼ਾਦਾ ਹੰਸ ਦੇ ਖੰਭਾਂ ਉੱਤੇ ਬੈਠ ਕੇ ਸਬਜ਼ ਪਰੀ ਕੋਲ ਪੁੱਜਾ। ਦੋਵੇਂ ਮਿਲ ਕੇ ਬੜੇ ਖੁਸ਼ ਹੋਏ। ਮੀਰਜ਼ਾਦਾ ਅਤੇ ਸਬਜ਼ ਪਰੀ ਹੰਸ ਦੀ ਮਦਦ ਨਾਲ ਰਾਤ ਨੂੰ ਰਾਜੇ ਤੋਂ ਚੋਰੀ ਮਹਿਲ ਵਿੱਚੋਂ ਨਿਕਲ ਆਏ। ਆਪਣੇ ਸ਼ਹਿਰ ਦੇ ਨੇੜੇ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕਰ ਦਿੱਤਾ। ਮੀਰਜ਼ਾਦੇ ਨੇ ਆਪਣੇ ਪਿਓ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ। ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ। ਉਹ ਦੋਵੇਂ ਉੱਥੇ ਇੱਕ ਬਾਗ ਵਿੱਚ ਆਰਾਮ ਕਰਨ ਲੱਗ ਪਏ। ਸਬਜ਼ ਪਰੀ ਨੂੰ ਪਿਆਸ ਲੱਗੀ। ਉਹ ਬਾਗ ਵਿਚਲੇ ਖੂਹ ਤੇ ਪਾਣੀ ਪੀਣ ਗਈ। ਉੱਥੇ ਇੱਕ ਮਾਲਣ ਰਹਿੰਦੀ ਸੀ। ਮਾਲਣ ਬੜੀ ਚਲਾਕ ਸੀ। ਉਸਨੇ ਸਬਜ਼ ਪਰੀ ਨੂੰ ਪੁੱਛਿਆ ਕਿ ਉਹ ਕੌਣ ਹੈ। ਸਬਜ਼ ਪਰੀ ਨੇ ਜਦੋਂ ਉਸ ਨੂੰ ਦੱਸਿਆ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ, ਤਾਂ ਮਾਲਣ ਨੇ ਉਸੇ ਵੇਲੇ ਇੱਕ ਸਾਜ਼ਿਸ਼ ਸੋਚ ਲਈ। ਉਸਨੇ ਸਬਜ਼ ਪਰੀ ਨੂੰ ਕਿਹਾ, ਤੂੰ ਬੇਫਿਕਰ ਹੋ ਕੇ ਨਹਾ ਧੋ ਲੈ, ਇੱਧਰ ਕੋਈ ਨਹੀਂ ਆਉਂਦਾ। ਜਦੋਂ ਸਬਜ਼ ਪਰੀ ਨਹਾਉਣ ਲੱਗੀ ਤਾਂ ਮਾਲਣ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ। ਸਬਜ਼ ਪਰੀ ਪਾਣੀ ਵਿੱਚ ਗੋਤੇ ਖਾਣ ਲੱਗ ਗਈ। ਮਾਲਣ ਨੇ ਉਹਦੇ ਕੱਪੜੇ ਪਹਿਨ ਲਏ ਅਤੇ ਉਹਦੇ ਵਾਂਗ ਹੀ ਹਾਰ ਸ਼ਿੰਗਾਰ ਕਰਕੇ ਬਾਗ ਵਿੱਚ ਮੀਰਜ਼ਾਦੇ ਕੋਲ ਆ ਗਈ। ਜਦੋਂ ਮੀਰਜ਼ਾਦੇ ਨੇ ਉਸਦੇ ਚਿਹਰੇ ਵੱਲ ਵੇਖਿਆ ਤਾਂ ਹੈਰਾਨ ਹੋ ਕੇ ਪੁੱਛਣ ਲੱਗਾ, ਤੈਨੂੰ ਕੀ ਹੋ ਗਿਆ? ਤੇਰਾ ਰੰਗ ਰੂਪ ਕਿਉਂ ਬਦਲ ਗਿਆ? ਮਾਲਣ ਨੇ ਰੋਂਦਿਆਂ ਹੋਇਆਂ ਕਿਹਾ, ਮੈਨੂੰ ਸੱਪ ਨੇ ਡੰਗ ਮਾਰ ਦਿੱਤਾ ਹੈ। ਸ਼ਾਇਦ ਉਸਦੇ ਜ਼ਹਿਰ ਨਾਲ ਹੀ ਮੇਰਾ ਰੰਗ ਕਾਲਾ ਹੋ ਗਿਆ। ਕੁਝ ਸਮੇਂ ਪਿੱਛੋਂ ਆਪੇ ਹੀ ਠੀਕ ਹੋ ਜਾਵੇਗਾ। ਮੀਰਜ਼ਾਦੇ ਨੂੰ ਕੁਝ ਸਮਝ ਨਾ ਪਈ। ਕੁਝ ਦੇਰ ਬਾਅਦ
ਮੀਰਜ਼ਾਦੇ ਦਾ ਪਿਤਾ ਵਾਜਿਆਂ ਗਾਜਿਆਂ ਨਾਲ ਆਪਣੇ ਪੁੱਤਰ ਅਤੇ ਨੂੰਹ ਨੂੰ ਲੈਣ ਆ ਗਿਆ। ਲੋਕ ਸਬਜ਼ ਪਰੀ ਬਣੀ ਮਾਲਣ ਦੇ ਕੱਪੜਿਆਂ ਵੱਲ ਵੇਖ ਵੇਖ ਕੇ ਵਾਹ ਵਾਹ ਕਰਦੇ ਰਹੇ, ਪਰ ਮੀਰਜ਼ਾਦਾ ਉਦਾਸ ਹੋ ਗਿਆ। ਉਸ ਨੂੰ ਸਬਜ਼ ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ। ਇਸ ਤਰ੍ਹਾਂ ਦਿਨ ਬੀਤਦੇ ਗਏ। ਇੱਕ ਦਿਨ ਮੀਰਜ਼ਾਦਾ ਉਸ ਬਾਗ ਦੇ ਖੂਹ ਦੇ ਨੇੜੇ ਘੁੰਮ ਰਿਹਾ ਸੀ ਜਿੱਥੇ ਮਾਲਣ ਨੇ ਸਬਜ਼ ਪਰੀ ਨੂੰ ਖੂਹ ਵਿੱਚ ਧੱਕਾ ਦਿੱਤਾ ਸੀ। ਮੀਰਜ਼ਾਦੇ ਨੂੰ ਉੱਥੇ ਇੱਕ ਸੱਪ ਨਜ਼ਰ ਆਇਆ। ਮੀਰਜ਼ਾਦੇ ਨੇ ਸਮਝਿਆ ਕਿ ਇਹ ਉਹ ਸੱਪ ਹੈ ਜਿਸ ਨੇ ਸਬਜ਼ ਪਰੀ ਨੂੰ ਡੰਗਿਆ ਹੈ। ਸੱਪ ਤੇਜ਼ੀ ਨਾਲ ਖੂਹ ਵੱਲ ਚਲਾ ਗਿਆ। ਮੀਰਜ਼ਾਦਾ ਜਦੋਂ ਖੂਹ ਕੋਲ ਪੁੱਜਾ ਤਾਂ ਉਸ ਨੂੰ ਖੂਹ ਵਿੱਚ ਇੱਕ ਬੜਾ ਸੁੰਦਰ ਫੁੱਲ ਨਜ਼ਰ ਆਇਆ। ਜਦੋਂ ਮੀਰਜ਼ਾਦੇ ਨੇ ਫੁੱਲ ਤੋੜਨ ਲਈ ਹੱਥ ਵਧਾਇਆ ਤਾਂ ਫੁੱਲ ਨੀਵਾਂ ਹੋ ਗਿਆ। ਮੀਰਜ਼ਾਦਾ ਹਾਰ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਫੁੱਲ ਆਪਣੇ ਆਪ ਹੀ ਉਸ ਦੇ ਹੱਥ ਵਿੱਚ ਆ ਗਿਆ। ਮੀਰਜ਼ਾਦਾ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਿਆ। ਜਦੋਂ ਮਾਲਣ ਨੇ ਇਹ ਅਲੌਕਿਕ ਫੁੱਲ ਵੇਖਿਆ ਤਾਂ ਸਮਝ ਗਈ ਕਿ ਸਬਜ਼ ਪਰੀ ਦਾ ਕੌਤਕ ਹੈ। ਉਹ ਉਸੇ ਵੇਲੇ ਸਿਰ ਫੜ ਕੇ ਬਹਿ ਗਈ ਤੇ ਲੱਗੀ ਜ਼ਾਰ-ਜ਼ਾਰ ਰੋਣ। ਮੀਰਜ਼ਾਦੇ ਦੇ ਪੁੱਛਣ ਤੇ ਕਹਿਣ ਲੱਗੀ, ਇਹ ਫੁੱਲ ਨੂੰ ਵੇਖ ਕੇ ਮੇਰੇ ਸਿਰ ਵਿੱਚ ਬਹੁਤ ਪੀੜ ਹੋਣ ਲੱਗ ਪਈ ਹੈ। ਇਹ ਫੁੱਲ ਨਹਿਸ਼ ਹੈ। ਇਸ ਫੁੱਲ ਨੂੰ ਤੋੜ ਮਰੋੜ ਕੇ ਦੂਰ ਜੰਗਲ ਵਿੱਚ ਸੁੱਟ ਆਓ। ਮੀਰਜ਼ਾਦੇ ਨੇ ਉਵੇਂ ਹੀ ਕੀਤਾ। ਕੁਝ ਦਿਨਾਂ ਬਾਅਦ ਮੀਰਜ਼ਾਦਾ ਸ਼ਿਕਾਰ ਖੇਡਦਾ ਖੇਡਦਾ ਜੰਗਲ ਦੇ ਉਸੇ ਪਾਸੇ ਚਲਾ ਗਿਆ ਜਿੱਥੇ ਉਸਨੇ ਫੁੱਲ ਤਰੋੜ ਮਰੋੜ ਕੇ ਸੁੱਟਿਆ ਸੀ। ਉਸਨੇ ਵੇਖਿਆ ਕਿ ਉਸ ਥਾਂ ਤੇ ਫੁੱਲਾਂ ਦਾ ਬੜਾ ਸੁੰਦਰ ਬਗੀਚਾ ਬਣਿਆ ਹੋਇਆ ਸੀ। ਉਹ ਉੱਥੇ ਥੋੜੀ ਦੇਰ ਹੀ ਬੈਠਾ ਕਿ ਉਹਦੀ ਅੱਖ ਲੱਗ ਗਈ। ਅਚਾਨਕ ਉਸਦੇ ਕੰਨਾਂ ਵਿੱਚ ਨੱਚਣ ਗਾਉਣ ਦੀ ਆਵਾਜ਼ ਆਈ। ਉਹ ਉਸ ਆਵਾਜ਼ ਵਾਲੇ ਪਾਸੇ ਗਿਆ। ਕੀ ਵੇਖਦਾ ਹੈ ਕਿ ਉੱਥੇ ਤਾਂ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਹਨ। ਜਦੋਂ ਪਰੀਆਂ ਨੱਚ ਕੇ ਉੱਡਣ ਲੱਗੀਆਂ ਤਾਂ ਇੱਕ ਪਰੀ ਨੇ ਕਿਹਾ, ਸਖੀਓ, ਜਾਣ ਤੋਂ ਪਹਿਲਾਂ ਮੇਰੀ ਇੱਕ ਨਸੀਹਤ ਲੈ ਕੇ ਜਾਇਓ। ਕਦੀ ਵੀ ਆਦਮਜ਼ਾਤ ਤੇ ਭਰੋਸਾ ਨਾ ਕਰਿਓ। ਇਹਨਾਂ ਨਾਲ ਕਦੇ ਪਿਆਰ ਨਾ ਪਾਉਣਾ। ਇਹ ਬੜੇ ਧੋਖੇਬਾਜ਼ ਹੁੰਦੇ ਨੇ। ਮੀਰਜ਼ਾਦੇ ਨੇ ਆਵਾਜ਼ ਪਛਾਣ ਲਈ। ਇਹ ਤਾਂ ਸਬਜ਼ ਪਰੀ ਸੀ। ਉਹ ਦੌੜ ਕੇ ਉਸ ਕੋਲ ਗਿਆ ਤੇ ਕਹਿਣ ਲੱਗਾ, ਤੂੰ ਇੱਥੇ ਹੈ ਤਾਂ ਮੇਰੇ ਕੋਲ ਕੌਣ ਰਹਿ ਰਿਹਾ ਹੈ? ਸਬਜ਼ ਪਰੀ ਕਹਿਣ ਲੱਗੀ, ਮੈਂ ਤੇਰੇ ਪਿੱਛੇ ਆਪਣਾ ਦੇਸ਼ ਅਤੇ ਸੁੱਖ ਚੈਨ ਛੱਡਿਆ, ਪਰ ਤੂੰ ਮਾਲਣ ਅਤੇ ਸਬਜ਼ ਪਰੀ ਵਿੱਚ ਫਰਕ ਹੀ ਨਹੀਂ ਸਮਝ ਸਕਿਆ। ਮੈਂ ਫੁੱਲ ਬਣ ਕੇ ਤੇਰੇ ਕੋਲ ਆਈ, ਪਰ ਤੂੰ ਮੈਨੂੰ ਤੋੜ ਮਰੋੜ ਕੇ ਬਾਹਰ ਸੁੱਟ ਦਿੱਤਾ। ਇਹ ਕਹਿੰਦਿਆਂ ਸਬਜ਼ ਪਰੀ ਨੇ ਆਪਣੀ ਦੁੱਖ ਭਰੀ ਸਾਰੀ ਕਹਾਣੀ ਸੁਣਾਈ ਤੇ ਮੀਰਜ਼ਾਦੇ ਨੂੰ ਬੜਾ ਗੁੱਸਾ ਚੜਿਆ। ਉਹ ਉਸੇ ਵੇਲੇ ਸਬਜ਼ ਪਰੀ ਨੂੰ ਮਹਿਲਾਂ ਵਿੱਚ ਲੈ ਆਇਆ। ਮਾਲਣ ਨੂੰ ਉਸਨੇ ਘਰੋਂ ਬਾਹਰ ਕੱਢ ਦਿੱਤਾ। ਫਿਰ ਉਹ ਸਬਜ਼ ਪਰੀ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਾ। ਸੋ ਬੱਚਿਓ, ਇਹ ਸੀ ਸਬਜ਼ ਪਰੀ ਦੀ ਕਹਾਣੀ। ਬਹੁਤ ਹੀ ਸੋਹਣੀ, ਬਹੁਤ ਹੀ ਮਨਮੋਹਣੀ। ਤੇ ਇਹੋ ਜਿਹੀਆਂ ਕਹਾਣੀਆਂ, ਪਰੀ ਕਥਾਵਾਂ ਸਾਡੇ ਮਨ ਨੂੰ, ਸਾਡੀ ਰੂਹ ਨੂੰ ਬਹੁਤ ਸਕੂਨ ਦਿੰਦੀਆਂ ਨੇ। ਤੇ ਬੱਚਿਓ, ਕਹਾਣੀ ਤੁਹਾਨੂੰ ਖੂਬ ਸਮਝ ਆਈ ਹੈ। ਚਲੋ ਦੇਖਦੇ ਹਾਂ ਫਿਰ ਤੁਹਾਨੂੰ ਕਿੰਨੀ ਕੁ ਕਹਾਣੀ ਸਮਝ ਆਈ ਹੈ। ਤੇ ਮੈਂ ਕੁਝ ਪ੍ਰਸ਼ਨ ਪੁੱਛਾਂਗੀ ਤੁਹਾਡੇ ਤੋਂ ਤੇ ਮੇਰੇ ਉੱਤਰ ਦੇਣ ਵੇਲੇ ਹੀ ਉਹ ਉੱਤਰ ਤੁਹਾਡੇ ਦਿਮਾਗ ਦੇ ਵਿੱਚ ਵੀ ਆ ਜਾਣਗੇ। ਚਲੋ ਫਿਰ ਪਹਿਲਾ ਪ੍ਰਸ਼ਨ ਇਸ ਦਾ ਸਾਰ ਹੀ ਹੈ ਜੋ ਆਪਾਂ ਕਹਾਣੀ ਦੇ ਰੂਪ ਵਿੱਚ ਹੀ ਪੜ੍ਹ ਲਿਆ ਹੈ। ਔਰ ਇਸ ਤੋਂ ਪਹਿਲਾਂ ਸਾਰ ਲਿਖਣ ਤੋਂ ਪਹਿਲਾਂ ਆਪਾਂ ਪਰੀ ਕਥਾਵਾਂ ਬਾਰੇ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਾਂਗੇ। ਚਲੋ ਫਿਰ ਦੂਜਾ ਪ੍ਰਸ਼ਨ, ਮੀਰਜ਼ਾਦਾ ਪਰੀਆਂ ਦੇ ਦੇਸ਼ ਕਿਵੇਂ ਪਹੁੰਚਦਾ ਹੈ? ਮੀਰਜ਼ਾਦਾ ਹੰਸ ਉੱਤੇ ਚੜ੍ਹ ਗਿਆ ਤੇ ਉਹ ਕਈ ਦਿਨਾਂ ਸਮੁੰਦਰ, ਪਹਾੜਾਂ ਤੇ ਉੜਦੇ ਰਹੇ। ਅੰਤ ਹੰਸ ਨੇ ਮੀਰਜ਼ਾਦੇ ਨੂੰ ਪਰੀਆਂ ਦੇ ਦੇਸ਼ ਵਿੱਚ ਪਹੁੰਚਾ ਦਿੱਤਾ। ਅਗਲਾ ਪ੍ਰਸ਼ਨ, ਮੀਰਜ਼ਾਦੇ ਤੋਂ ਵਿਛੜ ਕੇ ਸਬਜ਼ ਪਰੀ ਨੇ ਉਸ ਨੂੰ ਕਿਸ ਤਰ੍ਹਾਂ ਮੁੜ ਲੱਭਿਆ? ਮੀਰਜ਼ਾਦਾ ਸਬਜ਼ ਪਰੀ ਤੇ ਹੰਸ ਨਾਲ ਜਦੋਂ ਬੇੜੀ ਵਿੱਚ ਬੈਠ ਕੇ ਸਮੁੰਦਰ ਦੇ ਰਸਤੇ ਆਪਣੇ ਦੇਸ਼ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਭਿਆਨਕ ਤੂਫਾਨ ਕਾਰਨ ਉਹਨਾਂ ਦੀ ਬੇੜੀ ਉਲਟ ਗਈ। ਫਲਸਰੂਪ ਤਿੰਨੇ ਇੱਕ ਦੂਜੇ ਤੋਂ ਵਿਛੜ ਗਏ। ਮੀਰਜ਼ਾਦਾ ਇੱਕ ਦੇਸ਼ ਵਿੱਚ ਪਹੁੰਚ ਗਿਆ
ਤੇ ਸਬਜ਼ ਪਰੀ ਦੂਸਰੇ ਦੇਸ਼ ਵਿੱਚ। ਹੰਸ ਇੱਕ ਹੋਰ ਕੰਢੇ ਉੱਪਰ ਜਾ ਲੱਗਾ। ਸਬਜ਼ ਪਰੀ ਦੀ ਸੁੰਦਰਤਾ ਦੀ ਖਬਰ ਉਸ ਸ਼ਹਿਰ ਦੇ ਰਾਜੇ ਨੂੰ ਮਿਲੀ ਤੇ ਉਸ ਨੂੰ ਵਿਆਹ ਕਰਾਉਣ ਲਈ ਆਪਣੇ ਮਹਿਲਾਂ ਵਿੱਚ ਲੈ ਆਇਆ। ਸਬਜ਼ ਪਰੀ ਨੇ ਉਸ ਨੂੰ ਇਹ ਦੱਸ ਕੇ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ 1 ਸਾਲ ਦੀ ਮੌਲਤ ਲੈ ਲਈ। ਉਸਨੇ ਹੰਸ ਤੇ ਮੀਰਜ਼ਾਦੇ ਨੂੰ ਲੱਭਣ ਲਈ ਆਪਣੇ ਮਹਿਲ ਉੱਤੇ ਪੰਛੀਆਂ ਦਾ ਚੋਗਾ ਖਿਲਾਰ ਦਿੱਤਾ ਤੇ ਇੱਕ ਢੇਰੀ ਸੁੱਚੇ ਮੋਤੀਆਂ ਦੀ ਵੀ ਲਾ ਦਿੱਤੀ। ਉਧਰ ਹੰਸ ਵੀ ਮੀਰਜ਼ਾਦੇ ਤੇ ਸਬਜ਼ ਪਰੀ ਨੂੰ ਲੱਭਣ ਲਈ ਉੱਡਦਾ ਫਿਰਦਾ ਸੀ। ਉਹ ਭੁੱਖਣ ਪਾਣਾ ਸੀ। ਕੁਝ ਪੰਛੀਆਂ ਤੋਂ ਸੁੱਚੇ ਮੋਤੀਆਂ ਦੀ ਖਬਰ ਪਾ ਕੇ ਉਹ ਰਾਜੇ ਦੇ ਮਹਿਲ ਉੱਪਰ ਪੁੱਜਾ। ਇੱਥੇ ਹੀ ਸਬਜ਼ ਪਰੀ ਨੇ ਉਸ ਨੂੰ ਪਛਾਣ ਲਿਆ। ਫਿਰ ਉਸ ਦੀ ਇੱਛਾ ਅਨੁਸਾਰ ਹੰਸ ਪਠਿਆਰਨ ਲਈ ਜੰਗਲਾਂ ਵਿੱਚ ਲੱਕੜਾਂ ਕੱਟਦੇ ਮੀਰਜ਼ਾਦੇ ਨੂੰ ਲੱਭ ਕੇ ਤੇ ਉਸ ਨੂੰ ਆਪਣੇ ਉੱਪਰ ਬਿਠਾ ਕੇ ਸਬਜ਼ ਪਰੀ ਕੋਲ ਲੈ ਆਇਆ। ਇਸ ਤਰ੍ਹਾਂ ਸਬਜ਼ ਪਰੀ ਨੇ ਮੀਰਜ਼ਾਦੇ ਤੋਂ ਵਿਛੜ ਕੇ ਉਸ ਨੂੰ ਮੁੜ ਲੱਭਿਆ। ਅਗਲਾ ਪ੍ਰਸ਼ਨ, ਮਾਲਣ ਨੇ ਸਬਜ਼ ਪਰੀ ਨਾਲ ਕਿਵੇਂ ਧੋਖਾ ਕੀਤਾ? ਮਾਲਣ ਨੇ ਜਦੋਂ ਖੂਹ ਤੇ ਪਾਣੀ ਪੀਣ ਗਈ ਸਬਜ਼ ਪਰੀ ਤੋਂ ਪਤਾ ਕਰ ਲਿਆ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਉਸਨੇ ਉਸ ਨੂੰ ਚਲਾਕੀ ਨਾਲ ਨਹਾਉਣ ਲਈ ਕਿਹਾ। ਜਦੋਂ ਉਹ ਨਹਾਉਣ ਲੱਗੀ ਤਾਂ ਉਸਨੇ ਖੂਹ ਵਿੱਚ ਉਸ ਨੂੰ ਧੱਕਾ ਦੇ ਦਿੱਤਾ। ਫਿਰ ਉਸਨੇ ਉਸਦੇ ਕੱਪੜੇ ਪਾਏ ਤੇ ਉਸ ਵਾਂਗ ਹੀ ਹਾਰ ਸ਼ਿੰਗਾਰ ਕਰਕੇ ਮੀਰਜ਼ਾਦੇ ਕੋਲ ਆ ਗਈ ਅਤੇ ਕਹਿਣ ਲੱਗੀ ਕਿ ਉਸ ਨੂੰ ਇੱਕ ਸੱਪ ਨੇ ਡੰਗ ਲਿਆ ਹੈ, ਇਸ ਕਰਕੇ ਉਸ ਦਾ ਰੰਗ ਕਾਲਾ ਹੋ ਗਿਆ ਹੈ, ਪਰ ਛੇਤੀ ਹੀ ਉਹ ਠੀਕ ਹੋ ਜਾਵੇਗੀ। ਇਸ ਤਰ੍ਹਾਂ ਉਹ ਧੋਖੇ ਨਾਲ ਮੀਰਜ਼ਾਦੇ ਦੀ ਪਤਨੀ ਬਣ ਕੇ ਰਹਿਣ ਲੱਗੀ। ਅਗਲਾ ਪ੍ਰਸ਼ਨ, ਮੀਰਜ਼ਾਦੇ ਨੂੰ ਹੰਸ ਕਿਵੇਂ ਮਿਲਿਆ ਤੇ ਉਸ ਲਈ ਕਿਵੇਂ ਮਦਦਗਾਰ ਬਣਿਆ? ਜਦੋਂ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਇੱਛਾ ਨਾਲ ਮੀਰਜ਼ਾਦਾ ਸਬਜ਼ ਪਰੀ ਨੂੰ ਲੱਭਣ ਲਈ ਘੋੜੇ ਤੇ ਚੜ੍ਹ ਕੇ ਤੁਰ ਪਿਆ ਤਾਂ ਇੱਕ ਜੰਗਲ ਵਿੱਚ ਬੈਠ ਕੇ ਆਰਾਮ ਕਰਨ ਲੱਗਾ ਤਾਂ ਇੱਕ ਸੱਪ ਨੇ ਉਸ ਨੂੰ ਉੱਪਰ ਹਮਲਾ ਕਰ ਦਿੱਤਾ, ਪਰ ਮੀਰਜ਼ਾਦੇ ਨੇ ਉਸ ਨੂੰ ਆਪਣੀ ਤਲਵਾਰ ਨਾਲ ਮਾਰ ਦਿੱਤਾ। ਸੱਪ ਨੂੰ ਮਰਿਆ ਹੋਇਆ ਦੇਖ ਕੇ ਉਸ ਦਰਖਤ ਉੱਤੇ ਹੰਸ ਤੇ ਹੰਸਣੀ ਬਹੁਤ ਖੁਸ਼ ਹੋਏ ਕਿਉਂਕਿ ਉਹ ਉਹਨਾਂ ਦੇ ਬੱਚੇ ਖਾ ਜਾਂਦਾ ਸੀ। ਉਸਨੇ ਇਸ ਉਪਕਾਰ ਬਦਲੇ ਮੀਰਜ਼ਾਦੇ ਤੋਂ ਸੇਵਾ ਪੁੱਛੀ ਤਾਂ ਉਸਨੇ ਉਸ ਨੂੰ ਦੱਸਿਆ ਕਿ ਉਹ ਸਬਜ਼ ਪਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਹੰਸ ਤੇ ਹੰਸਣੀ ਦੂਰ ਤੱਕ ਉੱਡਦੇ ਰਹਿੰਦੇ ਸਨ, ਇਸ ਕਰਕੇ ਉਹਨਾਂ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ। ਹੰਸ ਨੇ ਮੀਰਜ਼ਾਦੇ ਨੂੰ ਆਪਣੀ ਪਿੱਠ ਉੱਪਰ ਬਿਠਾ ਕੇ ਸਬਜ਼ ਪਰੀ ਦੇ ਦੇਸ਼ ਪਹੁੰਚਾਇਆ ਤੇ ਮੀਰਜ਼ਾਦੇ ਨੂੰ ਸਾਰੀ ਗੱਲ ਦੱਸੀ ਤੇ ਉਸ ਨੂੰ ਕਿਹਾ ਕਿ ਉਹ ਪਰੀਆਂ ਦੇ ਖੰਭ ਚੁਰਾ ਲਏ। ਸਬਜ਼ ਪਰੀ ਨੂੰ ਪ੍ਰਾਪਤ ਕਰਨ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਸਫਲਤਾ ਮਿਲੀ। ਇਸ ਤੋਂ ਮਗਰੋਂ ਸਮੁੰਦਰ ਵਿੱਚ ਬੇੜੀ ਉਲਟਣ ਕਾਰਨ ਉਹ ਵਿਛੜ ਗਏ ਤੇ ਬਾਅਦ ਦੇ ਵਿੱਚ ਵੀ ਹੰਸ ਨੇ ਸਬਜ਼ ਪਰੀ ਤੇ ਮੀਰਜ਼ਾਦੇ ਨੂੰ ਮਿਲਾਇਆ। ਅਗਲਾ ਪ੍ਰਸ਼ਨ, ਮੀਰਜ਼ਾਦੇ ਤੇ ਸਬਜ਼ ਪਰੀ ਕਿਵੇਂ ਵਿਛੜਦੇ ਹਨ ਤੇ ਫਿਰ ਕਿਵੇਂ ਮਿਲਦੇ ਹਨ? ਉੱਤਰ, ਮੀਰਜ਼ਾਦਾ ਤੇ ਸਬਜ਼ ਪਰੀ 2 ਵਾਰੀ ਵਿਛੜਦੇ ਤੇ ਫਿਰ ਮਿਲਦੇ ਹਨ। ਪਹਿਲੀ ਵਾਰੀ ਜਦੋਂ ਸਮੁੰਦਰ ਵਿੱਚ ਤੂਫਾਨ ਆਉਣ ਕਰਕੇ ਬੇੜੀ ਉਲਟਣ ਕਾਰਨ ਉਹ ਵਿਛੜ ਗਏ ਤਾਂ ਸਬਜ਼ ਪਰੀ ਇੱਕ ਰਾਜੇ ਦੇ ਮਹਿਲਾਂ ਵਿੱਚ ਪਹੁੰਚ ਗਈ ਤਾਂ ਉਸਨੇ ਮਹਿਲ ਦੀ ਛੱਤ ਉੱਪਰ ਸੁੱਚੇ ਮੋਤੀਆਂ ਦਾ ਚੋਗ ਖਿਲਾਰ ਦਿੱਤੀ, ਜਿਸ ਨੂੰ ਚੁਗਣ ਲਈ ਉਹਨਾਂ ਨੂੰ ਲੱਭਦਾ ਹੋਇਆ ਹੰਸ ਵੀ ਉੱਥੇ ਆ ਗਿਆ ਤੇ ਸਬਜ਼ ਪਰੀ ਦਾ ਹੰਸ ਨਾਲ ਮੇਲ ਹੋ ਗਿਆ। ਫਿਰ ਹੰਸ ਨੇ ਪਠਿਆਰਨ ਲਈ ਜੰਗਲ ਵਿੱਚੋਂ ਲੱਕੜਾਂ ਕੱਟਦੇ ਮੀਰਜ਼ਾਦੇ ਨੂੰ ਲੱਭ ਕੇ ਸਬਜ਼ ਪਰੀ ਕੋਲ ਲੈ ਆਂਦਾ ਤੇ ਇਸ ਤਰ੍ਹਾਂ ਉਹਨਾਂ ਦਾ ਮੇਲ ਹੋ ਗਿਆ। ਦੂਜੀ ਵਾਰੀ ਸਬਜ਼ ਪਰੀ ਤੇ ਮੀਰਜ਼ਾਦਾ ਉਦੋਂ ਆਪਸ 'ਚ ਵਿਛੜਦੇ ਹਨ ਜਦੋਂ ਪਾਣੀ ਪੀਣ ਗਈ ਸਬਜ਼ ਪਰੀ ਨੂੰ ਮਾਲਣ ਖੂਹ ਵਿੱਚ ਧੱਕਾ ਦੇ ਕੇ ਉਸਦੇ ਕੱਪੜੇ ਪਾ ਕੇ ਸ਼ਿੰਗਾਰ ਲਾ ਕੇ ਧੋਖੇ ਨਾਲ ਮੀਰਜ਼ਾਦੇ ਦੀ ਪਤਨੀ ਬਣ ਜਾਂਦੀ ਹੈ। ਕਹਿੰਦੀ ਹੈ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ, ਜਿਸ ਕਾਰਨ ਉਸ ਦਾ ਰੰਗ ਕਾਲਾ ਹੋ ਗਿਆ ਹੈ। ਸਬਜ਼ ਪਰੀ ਇੱਕ ਦਿਨ ਫੁੱਲ ਬਣ ਕੇ ਮੀਰਜ਼ਾਦੇ ਦੇ ਮਹਿਲ ਆਉਂਦੀ ਹੈ ਤੇ ਮਾਲਣ ਉਸ ਨੂੰ ਸਿਰ ਦੁਖਣ ਦਾ ਬਹਾਨਾ ਲਾ ਕੇ ਬਾਹਰ ਸੁਟਵਾ ਦਿੰਦੀ ਹੈ। ਫਿਰ ਇੱਕ ਦਿਨ ਜੰਗਲ ਵਿੱਚ ਉਸ ਨੂੰ ਬਹੁਤ ਸਾਰੀਆਂ ਪਰੀਆਂ ਨੱਚਦੀਆਂ ਤੇ ਗਾਉਂਦੀਆਂ ਦਿਸਦੀਆਂ ਹਨ। ਸਬਜ਼ ਪਰੀ ਕਹਿੰਦੀ ਹੈ ਕਿ ਆਦਮਜ਼ਾਤ ਤੋਂ ਤੇ ਕੋਈ ਨਾ ਭਰੋਸਾ ਕਰੋ, ਮਤਲਬ ਉਸ ਨੂੰ ਕੋਸਦੀ ਹੈ। ਮੀਰਜ਼ਾਦਾ ਉਸ ਦੀ ਆਵਾਜ਼ ਪਛਾਣ ਕੇ ਅਸਲੀਅਤ ਪੁੱਛਦਾ ਹੈ। ਸਾਰੀ ਗੱਲ ਪਤਾ ਲੱਗਣ ਤੇ ਉਹ ਮਾਲਣ ਨੂੰ ਘਰੋਂ ਕੱਢ ਦਿੰਦਾ ਹੈ। ਫਿਰ ਸਬਜ਼ ਪਰੀ ਤੇ ਉਹ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗਦੇ ਹਨ। ਸੋ ਇਹ ਸੀ ਬੱਚਿਓ ਇਸ ਦੇ ਪ੍ਰਸ਼ਨ ਉੱਤਰ। ਚਲੋ ਫਿਰ ਹੁਣ ਆਪਾਂ ਇੱਕ ਹੋਰ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਤੁਹਾਡੇ ਤੋਂ ਪੁੱਛਦੇ ਹਾਂ ਤੇ ਦੇਖਦੇ ਹਾਂ ਵੀ ਤੁਹਾਨੂੰ ਆਉਂਦੇ ਨੇ ਕਿ ਨਹੀਂ।
सब्ज परी लोक कथा किहड़ी वन्नगी दी कथा है? बच्चों परी कथा दी। राजे दे किन्ने पुत्तर सन? 3। राजे दे किन्ने पुत्तर विआहे होए सन? 2। राजे दे एक कुआरे पुत्तर दा की नां सी? मीरजादा। कौन मीरजादे दा अपनी भैन नाल विआह करवाउणा चाहुंदी सी? मीरजादे दी भरजाई। जा वेखांगे तू जदों कोई सब्ज परी विआह के लियावेगा। ये शब्द किसने किसनूं कहे? मीरजादे नूं उसदी भरजाई ने। मीरजादे ने किस नाल विआह करन दा फैसला कीता? सब्ज परी नाल। मीरजादा काहदे उत्ते चढ़ के सब्ज परी नूं लभण चल पिया? घोड़े उत्ते। जंगल विच मीरजादे नूं किस दे फुंकारे दी आवाज़ आई? एक सप दे। रुख उत्ते किहड़े पंछी रहिंदे सन? हंस ते हंसनी। किस नूं सब्ज परी दे देश दा पता सी? हंस ते हंसनी नूं। मीरजादा सब्ज परी दे देश किस तरह पुज्जा सी? हंस उत्ते बैठ के। मीरजादे ने नहाउंदियां परियां दा की चुक लिया सी? पर खंभ मतलब। सब्ज परी मीरजादा ते हंस समुंदर पार करते हुए किस तरह विछड़ गए? बेड़ी दे डुब्बण करके। मीरजादे तो विछड़ी सब्ज परी नाल किसने विआह कराउणा चाहिया? राजे ने। सब्ज परी ने हंस नूं लभण लई छत उत्ते होर चुग दे नाल काहदी ढेरी ला दित्ती सी? सुच्चे मोतियां दी। हंस सब्ज परी नूं किस तरह मिलिया? सुच्चे मोती चुगण आया सी। मीरजादा बेड़ी दे डुब्बण मगरों कित्थे जा पुज्जा? एक पठियारन दे घर। हंस ने मीरजादे नूं कित्थों लभ्या? जंगल विच। विछड़न मगरों मीरजादा सब्ज परी कोल किस तरह पुज्जा? हंस उत्ते बैठ के। सब्ज परी नूं खूह विच धक्का किसने दिता? मालण ने। मालण ने किस वर्गा पहरावा पहन के हार शिंगार कर लिया? सब्ज परी वर्गा। मीरजादे ते पुछण ते मालण ने की कहा? सप दा डंग दा बहाना लाया। मीरजादे नूं बाग दे विच खूह दे नेड़े की दिसिया? एक फुੱਲ। मीरजादा फुੱਲ नूं तोड़ के कित्थे लिआया? महलां विच। अलौकिक फुੱਲ नूं देख के मालण ने उस नाल की कौतक कीता? उस नूं बाहर सुੱਟਣ लई कहा। जंगल विच तोड़ के सुੱਟੇ फुੱਲ दी थां मीरजादे ने की वेख्या? एक सुंदर बगीचा। बगीचे कोल सुੱਤੇ मीरजादे नूं किसने जगाया? नच्चण गाउण दी आवाज़ ने। किन्हां दे नच्चण गाउण दी आवाज़ सी? परियां दे। एक परी ने सखियां नूं किन्हां ते भरोसा ना करन लई कहा? आदम जात दे। नसीहत करन वाली परी कौन सी? सब्ज परी। मीरजादे ने असलीयत जाण के मालण नूं की कीता? बाहर कढ़ता। कौन खुशी खुशी रहन लगे? मीरजादा ते सब्ज परी। सो बच्चों ये सी कहानी सब्ज परी दी। बहुत सोहनी ते मैनूं आस है भी तुसीं चंगी तरह इसनूं सुणिया समझिया। सुणन ते समझण लई तुहाडा बहुत बहुत धन्नवाद बच्चों।